बाल गोपाला तुमरे ओट मारे आसा, तुमरे ओट तुम्हारे आसा, तुमरे ओट आसा, तुम्हारी आसा, तुम्हारी आसा। हर जुग जुग भगत उपाया, अज रखदा आया राम राज, ना खस दुष्ट हर मारिया। प्रहलाद तराया अहंकारी, निंद का पिठ दे, नाम देव मुख लाया। जन नानक ऐसा हर सेविया, अंत लय छड़ाया। जन नानक ऐसा हर सेविया। सलोक महला पहला, दुख दारू सुख रोग पया, जा सुखताम न होई। तू करता करना मैं नाही, जाओ कहीं न होई। बलिहारी को तपस्या, तेरा अंत ना जाय लख्या रहा। जात में जो जोत में जाता, कल कला भरपूर रहा। तू सच्चा साहस पसवाल्यो, जिनकी थी सो पार पया। कहो नानक करते क्या बाता, जो किछ करना सो कर रहा। सोदर आगा सा महला पहला, एक ओंकार सतगुर प्रसाद। सोदर तेरा किया सो घर किया, जित बै सर्व समान। वज तेरे नाद अनेक असंका, कित तेरे वावण हार। कित तेरे राग परिसों कही है, कित तेरे गावण हार। गाऊं तुम पौन पाणी बैसंतर, गाव राजा धर्म द्वार। गाऊं तुम चेत गुपत लिख जानन, लिख लिख धर्म विचार। गाऊं तुम ईश्वर ब्रह्मा देवी, सौंदर्य सदा सवार। गाऊं तुम इंद्र इंद्रासन बैठे, देवतियां दर नाल। गाऊं तुम सिद्ध समाधि अंदर, गाव तुम साध चार। गाव तुम जति सती संतोखी, गाव तुम वीर करार। गाँव तुम पंडित पढ़न रखी सर, जुग जुग वेदा नाल। गाव तुम मोहणिया मन मोहन, सुरग माछ पयाल। गाव तुम रतन पाए तेरे, 68 तेरत नाल। गाऊं तुम जोध महाबल सूरा, गाँव तुम खानी चार। गाऊं तुम खंड मंडल ब्रह्मंडा, कर कर रख तेरे तार। से तुम गावन जो तुद भावन, रत तेरे भगत रसाल। होर के तुनो गाँव से मैं चितना आवन। नानक क्या विचार, सोए सोए सदा साहिब। साचा साची नाई है पी, होसे जाए न जासे। रचना जिन रचाई रंगी रंगी बाते कर कर जिन से। माया जिन उपाई कर कर देख किता अपना, जो तिस दे वड्या। जो तिस भावै सोई कर से, फिर हुक्म न करना जा।
ਸੋ ਪਾਸਾਓ ਸਾਪਤ ਸਾਹਿਬ। ਨਾਨਕ ਰਹਿਣ ਰਜਾਈ ਰਜਾਈ ਰਜਾਈ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ ਕੋਇ ਨਾ ਜਾਣੈ ਤੇਰਾ। ਕੇਤਾ ਕੇਵੜ ਚੀਰਾ ਰਹਾਉ, ਸਭ ਸੁਰਤੀ ਮਿਲ ਸੁਰਤ ਕਮਾਈ। ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿਧੇ ਕਿਨੈ ਨਾ ਪਾਈਆਂ, ਕਰਮ ਮਿਲੈ ਨਾਹੀ ਠਾਕ ਰਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਪੰਡਾਰਾ। ਜੇ ਸਤੂ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲਿਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਵਾ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰਿ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ 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 ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲੇਖਾਸ। ਧਨ ਧਨ ਸਤ ਸੰਗਤ, ਜੇਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ।
ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਸ਼ੈ ਬਚਰੇ ਸ਼ਰਿਆ। ਤੇਨ ਕਾਵਣ ਖਲਾਵੈ, ਕਾਵਣ ਚੁਗਾਵੈ। ਮਨ ਮਹਿ ਸਿਮਰਨ ਕਰਿਆ, ਸਭ ਨਿਦਾਨ ਦਾਸ ਅਸ਼ਟ ਸਿਦਾਨ। ਠਾਕੁਰ ਕਰ ਤਲ ਧਰਿਆ, ਜਾਨ ਨਾਨਕ ਬਲ ਬਲ ਸਾਧ ਬਲ ਜਾਈਐ। ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਏਕ ਓੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਹਰ ਅਗਮ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ। ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ। ਤੂੰ ਜੀਆਂ ਕਾ ਦਾਤਾਰਾ, ਹਰ ਧਿਆਵਹੁ ਸੰਤੋ ਜੀ। ਸਭ ਦੁਖ ਵਿਸਾਰਣਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਹਰ ਏਕੋ ਪੁਰਖ ਸਮਾਣਾ, ਇਕ ਦਾਤੇ ਇਕ ਪੇਖਾਰੀ ਜੀ। ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹਉ ਤੁਧ ਬਿਨ ਅਵਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਜੋ ਸੇਵਹਿ ਤੁਧ ਜੀ। ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਹਰ ਧਿਆਵਹਿ ਤੁਧ ਜੀ। ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ। ਤੇਨ ਟੂਟੀ ਜਮ ਕੀ ਫਾਂਸੀ, ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰਿ ਜੀ। ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰਿ ਧਿਆਇਆ ਜੀ। ਜਾਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ। ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ। ਹਰਿ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰਹਿ ਹਰ ਪੂਜਾ ਜੀ। ਤਪ ਤਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ। ਕਾਰ ਕਿਰਿਆ ਖਾਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵਹਿ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਤੋਦ ਜੀਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨਿਹ ਚਾਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਾਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤਉ ਭਾਵੈ ਸੋਈ ਥੀਸੀ। ਜੋ ਤੂੰ ਦੇਹ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜੇ ਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ
ਮਨ ਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜੇ ਸੁਨੋ ਤੂੰ ਜਾਣਾਏ, ਸੋਈ ਜਨ ਜਾਣੈ। ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਵੇਖਹਿ ਜਾਣਹਿ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤੇਤ ਸਰਵਰੜੈ ਪਹਿਲੇ ਨਿਵਾਸਾ। ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨ ਚੇਤ ਸਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ। ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਾਪ ਤਾਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਜਾਪ ਤਾਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਪਾਤਸ਼ਾਹੀ ਦਸਵੀਂ ਕਬਿਓ ਬਾਚ, ਬੇਨਤੀ ਚਾਓ ਪਈ। ਹਮਰੀ ਕਰੋ ਹਾਥ ਦੈ ਰਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਣਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵਹੁ, ਆਪ ਹਾਥ ਦੇ ਮੋਹਿ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰ, ਸੇਵਕ ਸਿੱਖ ਸਭੈ ਕਰਤਾਰਾ। ਮੋ ਰਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਘਰੇਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹਉ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਅਹੇ, ਚੁਨ ਚੁਨ ਸਤਰ ਹਮਾਰੇ ਮਾਰੀਅਹੇ। ਆਪ ਹਾਥ ਦੇ ਮਜੈ ਉਬਰਿਐ, ਮਰਨ ਕਾਲ ਕਾ ਤਰਾਸ ਨਿਵਰਿਐ। ਹੋ ਜੋ ਸਦਾ ਹਮਾਰੇ ਪਛਾ, ਸਰੀਅਸ ਤੋਜੋ ਕਰਿਅਹੁ ਰਛਾ। ਰਾਖ ਲਿਹੁ ਮਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮਹੁ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸ਼ਿਵ ਕੀਆਓ, ਵੇਦ ਰਾਜ ਬ੍ਰਹਮਾ ਜੋ ਥੀਆਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਸ਼ਨ ਉਪਜਾਇਓ।
ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਆ ਹੋ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸੇਵਕਨ ਕੋ ਸਿਵਗਨ ਸੁਖ ਦੀਆਓ, ਸ਼ਤਰਨ ਕੋ ਪਲਮੋ ਬਦ ਕੀਆਓ। ਘਾਟ ਘਾਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਚੀਟੀ ਤੇ ਕੁੰਚਰਿਆ ਸੁਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਾਵੇ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਾਵੇ ਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਧਰ ਸਭ ਹੋ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਨੀਲ ਅਨਾਦ ਅਸੰਭ। ਤਾਂ ਕਾ ਮੂੜ ਉਚਾਰਤ ਭੇਦਾ, ਜਾਂ ਕੋ ਭੇਵ ਨ ਪਾਵਤ ਬੇਦਾ। ਤਾਂ ਕਉ ਕਰ ਪਾਹਨ ਅਨੁਮਾਨਤ, ਮਹਾ ਮੂੜ ਕਾਸ਼ ਭੇਦ ਨ ਜਾਣਤ। ਮਹਾਦੇਵ ਕਉ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹਿ ਭੂਪਾ। ਅੰਡਜ ਜੇਰਜ ਸੇਤਜ ਕੀਨੇ, ਔਤ ਪੁਜ ਖਾਨ ਬਹੁਰ ਰਚ ਦੀਨੇ। ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਭਇਓ ਸੰਕਰੇ ਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਾਵ, ਆਦ ਜੁਗਾਦ ਸਰੂਪ ਸਯੰ ਭਾਵ। ਆਬ ਰਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਜ ਤਵ ਸ਼ਰਣੀ ਪਰੇ, ਤਿਨ ਕੇ ਦੁਸ਼ਟ ਦੁਖ ਤਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਤੇ ਹੈ, ਤਾਂ ਕੇ ਕਾਲ ਨਿਕਟ ਨਹੀਂ ਹੈ। ਰਛਾ ਹੋਏ ਤਾਹੀਂ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ, ਤਾਂ ਕੇ ਤਾਪ ਤਨ ਕਮੋ ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਸ ਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੀਂ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੇ। ਸਰਬ ਠਾਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਆ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨ ਮਾਨਿਆ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨ ਜਾਣਿਆ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ ਦਵਾਰ ਕਉ ਛਾੜ ਕੈ, ਗਹਿਓ ਤੁਹਾਰੋ ਦਵਾਰ। ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਸਗਲ ਦਵਾਰ ਕਉ ਛਾੜ ਕੈ, ਗਹਿਓ ਤੁਹਾਰੋ ਦਵਾਰ। ਬਾਹੇ ਗਹੇ ਕੀ ਲਾਜ ਆਸ,
ਗੋਬਿੰਦ ਦਾਸ ਤੁਹਾਰਾ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਾਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤੋਹ। ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਣਹੁ ਵਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਪਰ ਪੂਰੇ, ਬੇਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਪਰ ਪੂਰੇ, ਬੇਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਦਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖਿਓ ਰਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾ। ਤੇਰਾ ਕੀਤਾ ਜਾਤੋ ਨਾਹੀ, ਮੈਨਾ ਜੋਗ ਕੀਤੋਈ। ਮੈਂ ਨਿਰਗੁਣ ਆਰੇ, ਕੋ ਗੁਣ ਨਾਹੀ।
ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਇਆ ਮਿਹਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ
ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ। ਕਹੋ ਨਾਨਕ ਸੁਨ ਮੀਤ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਆੜ ਦਾਮ ਕੋ ਛਿਪਰ, ਹੋਇਓ ਲਾਖੀਣਾ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਆੜ ਦਾਮਕ ਛਿਪਰ, ਹੋਇਓ ਲਾਖੀਣਾ। ਰਹਾਉ ਬੁਨ ਨਾ ਤਨ ਨਾ ਤਿਆਗ ਕੈ, ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਾਹਰਾ, ਭਇਓ ਗੁਨੀ ਗਹੀਰਾ। ਰਵਿਦਾਸ ਟਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਨਿਆ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾ ਮਹਿ ਗਿਨਿਆ। ਇਹ ਵੇਦ ਸੁਨ ਕੈ ਜਾਟ ਰੋ, ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ, ਧੰਨਾ
ਵੱਡ ਭਾਗਾ। ਇਹ ਬੇਦ ਸੁਨ ਕੈ ਜਾਟਰ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰਉ ਤਰਾ ਪਰ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਤੀਸਾ।
ਗੁਰ ਨਾਨਕ ਪਰਸੋਤਮੰ ਪਰਮ ਪੁਰਾਵਰਨਾਥ ਜੋਗਲ ਚਰਨ ਮਮ ਬੰਦਨਾ ਦਰ ਪਰ ਦਰ ਕਰ ਮਾਥ ਜੋਗਲ ਚਰਨ ਮਮ ਬੰਦਨਾ ਦਰ ਭਰ ਦਰ ਕਰ ਮਾਥ ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਾਰ ਪਿਤਾ ਜੀ, ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਿਕਾਰਯੋਗ ਸਤ ਸੰਗੀ ਜਨੋ ਵਡਭਾਗੇ ਹਾਂ। ਮਾਲਕ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਦੁਆਰਾ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦਿਆਂ ਹੋਇਆਂ ਅਦਬੋ ਸਤਿਕਾਰ ਸਹਿਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨਾਂ ਵਿੱਚ ਆਪ ਜੀ ਪ੍ਰਸੰਗ ਸਰਵਣ ਕਰ ਰਹੇ ਸੀ ਕਿ ਜਿਸ ਸਮੇਂ ਮਾਈ ਦਾਸ ਹਜ਼ੂਰ ਜੀ ਨੇ ਇਹਨੂੰ ਰਹਿਮਤਾਂ ਬਖਸ਼ਿਸ਼ ਕੀਤੀਆਂ ਨੇ, ਉਪਦੇਸ਼ ਦਿੱਤਾ ਹੈ, ਇਹ ਕਹਿ ਰਿਹਾ ਕਿ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦਾ ਭੌਰਾ ਬਣਾ ਲਵੋ ਕਿ ਮੈਂ ਇਹ ਤੁਹਾਡੇ ਪਾਸ ਰਹਿਣਾ ਚਾਹੁੰਦਾ ਹਾਂ। ਇਸ ਕਰਕੇ ਜਿੰਨੇ ਵੀ ਇਸ ਮਨੁੱਖਾ ਦੇਹੀ ਦੇ ਵਿੱਚ ਜਾਂ ਮੇਰੇ ਵਿੱਚ ਭਰਮ ਨੇ, ਭੁਲੇਖੇ ਨੇ, ਇਹਨਾਂ ਨੂੰ ਦੂਰ ਕਰਨਾ ਕਰੋ। ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਮਾਈ ਦਾਸ ਇਸ ਅਸਥਾਨ ਦੇ ਉੱਤੇ ਸੇਵਾ ਕਰ। ਸੇਵਾ ਕਰਨ ਦੇ ਨਾਲ ਤੇਰਾ ਮਨ ਆਪੇ ਸਾਫ਼ ਹੋ ਜਾਵੇਗਾ। ਜਿਵੇਂ ਆਪਾਂ ਬਰਤਨ ਸਾਫ਼ ਕਰਦੇ ਹਾਂ, ਪਹਿਲਾਂ ਮੈਲਾ ਹੁੰਦਾ ਏ, ਪਰ ਜਿਉਂ ਸਾਬਣ ਅਤੇ ਤੇਲ ਲਾਇਆ, ਭਾਵ ਕਿ ਪਾਣੀ ਲਾਇਆ ਜਾਂਦਾ ਏ, ਪਾਣੀ ਦੇ ਲੱਗਣ ਦੀ ਦੇਰ ਉਹ ਸਾਫ਼ ਹੋ ਜਾਂਦਾ ਏ, ਭਾਵ ਕਿ ਭਾਂਡਾ ਮੈਲਾ ਹੋਵੇ ਉਹ ਸਾਫ਼ ਹੋ ਜਾਂਦਾ ਏ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਮਨ ਹੈ। ਮਨ ਨੂੰ ਜਦੋਂ ਅੰਮ੍ਰਿਤ ਰੂਪੀ ਨਾਮ ਦੇ ਨਾਲ ਧੋਵਾਂਗੇ, ਕਹਿੰਦੇ ਫਿਰ ਇਹ ਮਨ ਦੇ ਵਿੱਚੋਂ ਭਰਮ, ਦੁਵੈਤ ਭਾਵਨਾ, ਈਰਖਾ, ਵਿਕਾਰ ਇਹ ਸਾਰੇ ਦੂਰ ਹੋ ਜਾਣਗੇ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ, ਮਾਈ ਦਾਸ 8 ਦਿਨ ਇੱਥੇ ਸੇਵਾ ਕਰ, 8 ਦਿਨ। ਤੇ ਜੇ ਵੱਧ ਸਮਾਂ ਤੂੰ ਰਹਿਣਾ ਚਾਹਵੇਂ ਤੇ ਉਹ ਅਸੀਂ ਰੋਕਦੇ ਨਹੀਂ, ਪਰ ਹਾਂ 8 ਦਿਨ ਤਾਂ ਕਹਿ ਰਹੇ ਹਾਂ ਕਿ 8 ਦਿਨ ਇਸ ਪਾਵਨ ਅਸਥਾਨ ਤੇ ਸੇਵਾ ਕਰਕੇ ਇਹ ਨਹੀਂ ਕਿ ਤੂੰ ਇੱਥੇ ਤੱਕ ਹੀ ਰਹਿ ਜਾਣਾ ਹੈ, ਹੋਰਨਾਂ ਨੂੰ ਵੀ ਜੋੜਨਾ ਹੈ ਅਕਾਲ ਪੁਰਖ ਦੇ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਇਹ ਸੋਚ ਸੀ ਕਿ ਇਕੱਲਾ ਇਨਸਾਨ ਆਪਣੇ ਤੱਕ ਹੀ ਨਾ ਸੀਮਤ ਰਹਿ ਜਾਵੇ। ਜੇ ਕਿਸੇ ਨੂੰ ਗਿਆਨ ਹੈ, ਮੈਂ ਅਕਸਰ ਇਹ ਪਹਿਲਾਂ ਵੀ ਬੇਨਤੀ ਕੀਤੀ, ਗਿਆਨ ਇਕੱਲਾ ਅਖਰੀ ਗਿਆਨ ਨਹੀਂ, ਸ਼ਾਬਦਿਕ ਗਿਆਨ ਨਹੀਂ ਕਿ ਜਿਹਨੂੰ ਚੰਗਾ ਬੋਲਣਾ ਆਵੇ ਜਾਂ ਅੱਖਰਾਂ ਦਾ ਚੰਗਾ ਗਿਆਨ ਹੈ ਉਹਨੂੰ ਗਿਆਨੀ ਕਿਹਾ ਜਾਵੇ, ਜਾਂ ਉਹਨੂੰ ਕਹੇ ਕਿ ਵਾਹ ਭਾਈ ਤੈਨੂੰ ਬੜਾ ਗਿਆਨ ਹੈ। ਅਸਲ ਦੇ ਵਿੱਚ ਚੰਗੇ ਤੇ ਮਾੜੇ ਦੀ ਸਮਝ ਹੋਵੇ, ਜ਼ਿੰਦਗੀ ਜਿਉਣ ਦਾ ਤਰੀਕਾ ਉਹਨੂੰ ਆਉਂਦਾ ਹੋਵੇ, ਗਿਆਨ ਹੋਵੇ, ਨੌਲੇਜ ਹੋਵੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਜਿੱਥੇ ਉਦਾਸੀਆਂ ਦੇ ਸਮੇਂ ਪ੍ਰਚਾਰ ਕਰਦੇ ਸਨ, ਉਹਨਾਂ ਦਾ ਇਹ ਉਪਦੇਸ਼ ਸੀ ਕਿ ਭਾਈ ਜਿੱਥੇ ਤੁਸੀਂ ਆਪ
ਜੁੜੇ ਹੋ ਜਾਂ ਆਪ ਇਸ ਗੱਲ ਨੂੰ ਸਮਝ ਗਏ ਹੋ, ਵਹਿਮ ਤੋਂ ਨਿਕਲ ਗਏ, ਭਰਮ ਚੋਂ ਨਿਕਲ ਗਏ, ਦੂਜੇ ਨੂੰ ਵੀ ਕੱਢ ਦਿਓ, ਉਹਦਾ ਵੀ ਭਲਾ ਹੋ ਜਾਵੇਗਾ, ਤੁਹਾਡੀ ਸੇਵਾ ਵੀ ਹੋ ਜਾਵੇਗੀ, ਤੁਹਾਡਾ ਜਨਮ ਜਿਹੜਾ ਉਹ ਵੀ ਸਫਲ ਹੋ ਜਾਵੇਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਾਈ ਦਾਸ 8 ਦਿਨ ਇਸ ਪਾਵਨ ਸਥਾਨ ਤੇ ਸੇਵਾ ਕਰਨੀ ਕਰ। ਮਾਈ ਦਾਸ ਰੋਜ਼ ਇਸ ਬਾਉਲੀ ਸਾਹਿਬ ਦੀ ਹੋ ਰਹੀ ਕਾਰ ਸੇਵਾ ਦੇ ਵਿੱਚ ਸੇਵਾ ਕਰਦਾ ਏ, ਸਿਰ ਤੇ ਮਿੱਟੀ ਦੀ ਟੋਕਰੀ ਚੁੱਕਦਾ ਏ, ਬਾਹਰ ਜਿੱਥੇ ਸੰਗਤਾਂ ਸੁੱਟ ਰਹੀਆਂ ਨੇ ਉਹ ਸੁੱਟਦੇ ਜਾ ਰਹੇ ਨੇ। ਕਹਿੰਦੇ ਹੁਣ ਸੇਵਾ ਕਰਦਿਆਂ ਕਰਦਿਆਂ ਬਾਉਲੀ ਸਾਹਿਬ ਦੀ ਖੁਦਾਈ ਕਰਦਿਆਂ ਕਰਦਿਆਂ ਪਥਰੀਲੀ ਜ਼ਮੀਨ ਆ ਗਈ ਹੈ, ਪਾਣੀ ਹੈ ਪਰ ਪਾਣੀ ਇੱਕ ਪੱਥਰ ਨੇ ਕਹਿੰਦੇ ਡੱਕਿਆ ਹੋਇਆ ਹੈ, ਭਾਵ ਉਹ ਪੱਥਰ ਨੂੰ ਤੋੜਨ ਦੀ ਦੇਰ ਹੈ, ਉਸ ਜਲ ਨੇ, ਅੰਮ੍ਰਿਤ ਰੂਪੀ ਜਲ ਨੇ ਤਾਂ ਆ ਜਾਣਾ ਹੈ। ਹੁਣ ਜਦੋਂ ਇਹ ਸਾਰਾ ਸਿਲਸਿਲਾ, ਸਾਰੀ ਖੁਦਾਈ ਹੋ ਰਹੀ ਸੀ, ਅੱਗੇ ਪੱਥਰ ਆ ਗਏ, ਸੇਵਕਾਂ ਨੇ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਾਸ ਜਾਣਾ ਕੀਤਾ। ਸਤਿਗੁਰੂ ਜੀ ਉਸ ਅਸਥਾਨ ਦੇ ਉੱਤੇ ਇੱਕ ਵਾਰ ਜਾਣਾ ਕਰੋ, ਝਾਤੀ ਮਾਰੋ, ਪੱਥਰ ਆ ਗਏ ਨੇ ਤੇ ਇਹਨਾਂ ਦਾ ਕੀ ਕੀਤਾ ਜਾਵੇ। ਕਿਉਂਕਿ ਉਸ ਸਮੇਂ ਜਿਹਦੇ ਕੋਲ ਬੁੱਧੀ ਸੀ, ਜਿਹਦੇ ਕੋਲ ਬਲ ਸੀ, ਬੁੱਧੀ ਦੇ ਨਾਲ ਵੀ ਜ਼ੋਰ ਲਾ ਕੇ ਵੇਖ ਲਿਆ ਉਹਨੇ, ਆਪਣੀ ਦਿਮਾਗ ਦੇ ਨਾਲ ਵੀ, ਬਲ ਦੇ ਨਾਲ ਵੀ ਜ਼ੋਰ ਲਾ ਕੇ ਵੇਖ ਲਿਆ ਕਿ ਕਿਹੜੇ ਪਾਸਿਓਂ ਇਹ ਪੱਥਰ ਨੂੰ ਚੁੱਕਿਆ ਜਾਵੇ ਜਾਂ ਪੱਥਰ ਨੂੰ ਤੋੜਿਆ ਜਾਵੇ। ਪਰ ਜਿੱਥੇ ਗੁਰੂ ਵਰਤਦਾ ਏ ਉਹ ਐਸਾ ਕੋਈ ਕਾਰਜ ਨਹੀਂ ਕਦੀ ਵੀ ਅੜ ਜਾਵੇ, ਕਿਉਂਕਿ ਗੁਰੂ ਤੇ ਆਪ ਸਾਰਿਆਂ ਦੇ ਕਾਰਜ ਸਫਲ ਕਰਦਾ ਹੈ। ਤੇ ਇਹ ਤੇ ਸੰਗਤ ਦਾ ਕਾਰਜ ਸੀ, ਸੰਗਤ ਇੱਥੇ ਸੇਵਾ ਕਰ ਰਹੀ ਸੀ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਅਸਥਾਨ ਤੇ ਗਏ, ਉਸ ਥਾਂ ਤੇ ਗਏ ਜਿੱਥੇ ਬਾਉਲੀ ਸਾਹਿਬ ਦੀ ਖੁਦਾਈ ਹੋ ਰਹੀ ਹੈ। ਆਓ ਅੱਗੇ ਕਵੀ ਜੀ ਕੀ ਬਿਆਨ ਕਰ ਰਹੇ ਨੇ। ਤਬ ਸ਼੍ਰੀ ਅਮਰ ਨਿਕਟ ਚਲ ਆਇਓ, ਸਤਿਗੁਰ ਨੇ ਬਿਰਤਾਂਤ ਸਭ ਲਾਹਿਓ। ਕਹਿੰਦੇ ਗੁਰੂ ਅਮਰਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਉੱਥੇ ਚੱਲ ਕੇ ਆ ਗਏ ਜਿੱਥੇ ਸੰਗਤਾਂ ਖੁਦਾਈ ਕਰ ਰਹੀਆਂ ਨੇ ਬਾਉਲੀ ਸਾਹਿਬ ਦੀ। ਹੁਣ ਮਹਾਰਾਜ ਜੀ ਨੇ ਇਹ ਬਿਰਤਾਂਤ ਕਿਹਾ ਹੈ, ਇਹ ਗੱਲ ਕਹਿਣੀ ਕੀਤੀ ਹੈ। ਮਾਣਕ ਚੰਦ ਪਥਰੀਆ ਜਾਤ, ਖਤਰੀ ਕੁਲ ਸੁੰਦਰ ਦ੍ਰਿੜ ਗਾਤ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮਾਣਕ ਚੰਦ ਇਹ ਇੱਕ ਭਾਵ ਕਿ ਉਸ ਇਨਸਾਨ ਦਾ ਨਾਮ ਹੈ ਜਿਹੜਾ ਜੋ ਕਿ ਪੱਥਰੀਆ ਜਾਤੀ ਦੇ ਵਿੱਚੋਂ ਸੀ। ਇਹਨਾਂ ਦਾ ਕੰਮ ਸੀ ਪੱਥਰ ਤੋੜਨਾ, ਇਹਨਾਂ ਦਾ ਕੰਮ ਸੀ ਪੱਥਰਾਂ ਦੇ ਉੱਤੇ ਘਾੜਤ ਘੜਨੀ। ਆਮ ਤੁਸੀਂ ਵੇਖਦੇ ਹੋ ਨਾ, ਪੱਥਰਾਂ ਨੂੰ ਤਰਾਸ਼ਿਆ ਜਾਂਦਾ ਏ, ਪੱਥਰਾਂ ਦੇ ਵਿੱਚੋਂ ਹੀ ਮੂਰਤੀਆਂ ਨੂੰ ਕੱਢਿਆ ਜਾਂਦਾ ਏ, ਪਰ ਪੱਥਰ ਦੀ ਬਣਾਈ ਹੋਈ ਮੂਰਤੀ ਨੂੰ ਗੁਰਮਤਿ ਦੇ ਅਨੁਸਾਰ ਪੂਜਿਆ ਨਹੀਂ ਜਾਂਦਾ। ਕਿਉਂਕਿ ਅੱਜ ਦੇ ਇਸ ਸਮੇਂ ਦੇ ਅੰਦਰ ਪੱਥਰਾਂ ਦੀ ਵੀ ਪੂਜਾ ਹੋ ਰਹੀ ਹੈ, ਪੱਥਰਾਂ ਨੂੰ ਵੀ ਮੱਥੇ ਟੇਕੇ ਜਾ ਰਹੇ ਨੇ। ਪਰ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਬੁਲਾਉਣਾ ਕੀਤਾ। ਇਹ ਪੱਥਰੀਆ ਜਾਤੀ ਦੇ ਵਿੱਚੋਂ ਸੀ ਤੇ ਖੱਤਰੀ ਇਹਦੇ ਕੁੱਲ ਭਾਵ ਕਿ ਖੱਤਰੀ ਪਰਿਵਾਰ ਦੇ ਵਿੱਚ ਸੀ। ਖੱਤਰੀ ਪਰਿਵਾਰ ਦੇ ਵਿੱਚ ਰਹਿੰਦਾ, ਇਹਨਾਂ ਦਾ ਕੰਮ ਹੈ ਜਿਹੜਾ ਇਹ ਪੱਥਰ ਤਰਾਸ਼ਣ ਦਾ ਹੈ, ਪੱਥਰ ਤੋੜਦੇ ਨੇ। ਹੁਣ ਕਹਿੰਦੇ ਨੇ ਖੱਤਰੀ ਕੁਲ ਸੁੰਦਰ ਦ੍ਰਿੜਗਾਤ, ਇਹ ਬੜਾ ਸੁੰਦਰ ਹੈ, ਸਰੀਰ ਤਕੜਾ ਹੈ। ਤੇ ਇਸ ਕਰਕੇ ਮਹਾਰਾਜ ਜੀ ਨੇ ਆਖਿਆ, ਤੇ ਸੰਗ ਸਤਿਗੁਰ ਕੀਨ ਬਖਾਨ, ਹੇ ਮਾਣਕ ਚੰਦ ਲੇਹੁ ਦੀਵਾਨ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੇਵਕ ਇਹਦੇ ਘਰ ਭੇਜਿਆ, ਸਿੱਖ ਇਹਦੇ ਘਰ ਗਿਆ। ਮੇਵੜੇ ਨੇ ਜਾ ਕੇ ਸੱਦਾ ਦਿੱਤਾ, ਕਹਿਣ ਲੱਗਾ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੈਨੂੰ ਇਸ ਪਾਵਨ ਅਸਥਾਨ ਤੇ ਬੁਲਾਉਣਾ ਕੀਤਾ ਹੈ। ਜਦੋਂ ਆਇਆ ਨਮਸਕਾਰ ਕੀਤੀ, ਇਹਨੇ ਹੱਥ ਜੋੜ ਕੇ ਆਖਿਆ, ਸਤਿਗੁਰੂ ਜੀ ਕੀ ਹੁਕਮ ਹੈ, ਹੁਕਮ ਦੱਸਣਾ ਕਰੋ। ਹਜ਼ੂਰ ਜੀ ਨੇ ਉਸ ਵਕਤ ਆਖਿਆ, ਤਹਿ ਸੰਗ ਸਤਿਗੁਰ ਕੀਨ ਬਖਾਨ। ਤਹਿ ਸੰਗ ਭਾਵ ਕਿ ਉਹਦੇ ਨਾਲ ਹਜ਼ੂਰ ਜੀ ਨੇ ਬਖਿਆਨ ਕੀਤਾ, ਉਹਨੂੰ ਆਖਿਆ, ਹੇ ਮਾਣਕ ਚੰਦ ਲੇਹੁ ਵਿਦਾਨ। ਹੇ ਮਾਣਕ ਚੰਦ ਇਹ ਵਿਦਾਨ ਨੂੰ ਚੁੱਕਣਾ ਕਰ। ਵਿਦਾਨ ਅਸਲ ਦੇ ਵਿੱਚ ਹਥੌੜੇ ਨੂੰ ਕਿਹਾ ਜਾਂਦਾ ਹੈ, ਜਿਹੜਾ ਬਹੁਤ ਭਾਰਾ ਹਥੌੜਾ ਹੋਵੇ। ਇੱਕ ਛੋਟੀ ਹਥੌੜੀ ਹੁੰਦੀ ਹੈ, ਉਹਦੇ ਨਾਲ ਕਿੱਲ ਅਸੀਂ ਗੱਡ ਸਕਦੇ ਹਾਂ,
ਲੱਕੜ ਦੇ ਵਿੱਚ ਲਾ ਲਓ ਜਾਂ ਕੰਧ ਦੇ ਵਿੱਚ ਲਾ ਲਓ, ਪਰ ਇਹ ਜਿਹੜਾ ਵਿਧਾਨ ਹੈ ਇਹ ਭਾਰਾ ਹੁੰਦਾ ਏ। ਅੱਗੇ ਇਹਦੇ ਲੋਹੇ ਦਾ ਜਿਹੜਾ ਹਥੌੜਾ ਹੁੰਦਾ ਉਹ ਬਹੁਤ ਭਾਰੀ ਮਾਤਰਾ ਦੇ ਵਿੱਚ ਹੁੰਦਾ ਏ। ਇਉਂ ਕਹਿ ਲਓ ਕਿ ਹੋ ਸਕਦਾ ਏ 5 ਕਿਲੋ ਦਾ, 7 ਕਿਲੋ ਦਾ, 10 ਕਿਲੋ ਦਾ ਵੀ ਹੋਵੇ। ਉਹਦੇ ਮਗਰ ਲੱਕੜ ਦਾ ਵੱਡਾ ਦਸਤਾ ਲੱਗਾ ਹੁੰਦਾ ਏ। ਕਹਿੰਦੇ ਹਜ਼ੂਰ ਜੀ ਨੇ ਕਿਹਾ ਕਿ ਇਹ ਮਾਣਕ ਚੰਦ ਇਸ ਵਿਦਾਰ ਨੂੰ, ਇਸ ਹਥੌੜੇ ਨੂੰ ਫੜਨਾ ਕਰ, ਕਰਹੁ ਜੋਰ ਤੇ ਹੱਥੋਂ ਬਨਾਏ, ਸੁਨ ਕਰ ਚਰਨ ਪਰਿਓ ਸਹਿਸਾਏ। ਕਿ ਇਸ ਕੜ ਨੂੰ ਤੋੜਨਾ ਕਰ, ਭਾਵ ਕਰਹੁ ਜੋਰ ਤੇ ਹੱਥੋਂ ਬਨਾਏ। ਬਹੁਤ ਜ਼ੋਰ ਦੇ ਨਾਲ ਇਸ ਬਾਉਲੀ ਸਾਹਿਬ ਦੇ ਥੱਲੇ ਉਤਰਨ ਤੋਂ ਬਾਅਦ ਇਹ ਪੱਥਰਾਂ ਦਾ ਜਿਹੜਾ ਕੜ ਹੈ, ਪੱਥਰ ਜਿਹੜੇ ਨੇ ਇਹਨਾਂ ਤੇ ਆਪਣਾ ਹਥੌੜਾ ਮਾਰਨਾ ਕਰ। ਕਹਿੰਦੇ ਜਦੋਂ ਇੰਨੀ ਗੱਲ ਗਈ, ਸੁਣ ਕਰ ਚਰਨ ਪਰਿਓ ਸਹਿਸਾਏ। ਹੁਣ ਜਦੋਂ ਇੰਨੀ ਗੱਲ ਕਹੀ ਹੈ, ਇਹ ਚਰਨਾਂ ਦੇ ਵਿੱਚ ਪੈ ਗਿਆ ਏ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਚਰਨਾਂ ਦੇ ਉੱਤੇ ਹਜ਼ੂਰ ਜੀ ਨੇ ਨਮਸਕਾਰ ਕੀਤੀ ਹੈ। ਗੁਰ ਨਿਜ ਕਰ ਤੇ ਪੀਠ ਧਰਿਓ ਹੈ, ਲੈ ਵਿਦਾਨ ਕੋ ਬੀਚ ਭਰਿਓ ਹੈ। ਦੇਖੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਕਹਿ ਦਿੱਤਾ ਕਿ ਮਾਣਕ ਚੰਦ ਹਥੌੜਾ ਫੜ ਤੇ ਥੱਲੇ ਉਤਰ। ਹੁਣ ਇਹ ਨਹੀਂ ਕਿ ਇਹ ਹਥੌੜਾ ਫੜ ਕੇ ਥੱਲੇ ਉਤਰ ਗਿਆ ਹੈ। ਇਹਨੂੰ ਪਤਾ ਹੈ ਕਿ ਜਿਸ ਕਾਰਜ ਲਈ ਮੈਂ ਆਇਆ ਤੇ ਜਿਨ੍ਹਾਂ ਨੇ ਮੈਨੂੰ ਬੁਲਾਇਆ ਹੈ, ਮੈਂ ਉਹਨਾਂ ਤੋਂ ਭਾਵ ਕਿ ਆਸ਼ੀਰਵਾਦ ਲੈ ਕੇ ਨਾ ਥੱਲੇ ਗਿਆ। ਇੰਨੀ ਸਮਝ ਹੈ ਕਿ ਗੁਰੂ ਕੋ ਥਾਪੜਾ ਲੈਣਾ ਬਹੁਤ ਜ਼ਰੂਰੀ ਹੈ, ਗੁਰੂ ਕੋ ਆਗਿਆ ਲੈਣੀ ਬਹੁਤ ਜ਼ਰੂਰੀ ਹੈ। ਇਸ ਕਰਕੇ ਹਜ਼ੂਰ ਜੀ ਨੇ ਸਭ ਤੋਂ ਪਹਿਲਾਂ ਚਰਨਾਂ ਨੂੰ ਨਮਸਕਾਰ ਕੀਤੀ। ਗੁਰ ਨਿਜ ਕਰ ਤੇ ਪੀਠ ਧਰਿਓ ਹੈ। ਜਦੋਂ ਇਹ ਨਮਸਕਾਰ ਕਰ ਰਿਹਾ ਨਾ, ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਦੇ ਲੱਕ ਤੇ ਭਾਵ ਕੇ ਹੱਥ ਰੱਖਿਆ। ਇਹਨੂੰ ਕਿਹਾ ਕਿ ਅਕਾਲ ਪੁਰਖ ਤੇਰਾ ਸਹਾਈ ਹੋਵੇਗਾ। ਇੰਨੀ ਗੱਲ ਸੁਣਦਿਆਂ ਕਰ, ਲੈ ਵਿਦਾਨ ਕੋ ਬੀਚ ਪਰਿਓ ਹੈ। ਹਥੌੜਾ ਲੈ ਕੇ ਹੱਥ ਵਿੱਚ ਕਹਿੰਦੇ ਬਾਉਲੀ ਸਾਹਿਬ ਦੇ ਥੱਲੇ ਉਤਰ ਗਿਆ ਹੈ। ਕਰ ਕੋ ਕਰ ਬਲ ਮਾਰਤ ਭਇਓ, ਟੁੱਟਿਓ ਜਲ ਸੋ ਥਲ ਭਰ ਗਇਓ। ਕਹਿੰਦੇ ਹੱਥਾਂ ਦੇ ਵਿੱਚ ਇਹਦੇ ਹਥੌੜਾ ਏ ਤੇ ਮੂੰਹ ਦੇ ਵਿੱਚੋਂ, ਰਸਨਾ ਦੇ ਵਿੱਚੋਂ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਉਚਾਰ ਰਿਹਾ ਏ। ਜਦੋਂ ਇਹਦੇ ਆਪਣੇ ਮੁਖ ਤੋਂ ਉਚਾਰਦਾ ਕਹਿੰਦੇ ਨਾਲ ਹੀ ਉਸ ਜ਼ਮੀਨ ਦੇ ਉੱਤੇ ਆਏ ਪੱਥਰਾਂ ਤੇ ਹਥੌੜਾ ਮਾਰੀ ਜਾ ਰਿਹਾ ਹੈ। ਉਹ ਕੜ ਨੂੰ ਤੋੜ ਰਿਹਾ ਹੈ। ਦੇਖਦਿਆਂ ਕਹਿੰਦੇ ਇੰਨੇ ਜ਼ੋਰ ਦੇ ਨਾਲ ਇਹਨੇ ਇਹ ਵਿਧਾਨ ਮਾਰਿਆ, ਹਥੌੜਾ ਮਾਰਿਆ, ਟੁੱਟਿਓ ਜਲ ਸੋ ਥਲ ਭਰਿਓ ਹੈ। ਉਹ ਪੱਥਰ ਜਿਹੜਾ ਸੀ ਆਪਣੀ ਥਾਂ ਤੋਂ ਥੱਲੇ ਖਿਸਕ ਗਿਆ, ਟੁੱਟ ਗਿਆ। ਤੇ ਕਹਿੰਦੇ ਦੇਖਦਿਆਂ ਹੀ ਜਿਹੜਾ ਖੂਹ ਸੀ, ਭਾਵ ਕਿ ਅੱਜ ਬਾਉਲੀ ਸਾਹਿਬ ਦੇ ਜਿੱਥੇ ਅਸੀਂ ਦਰਸ਼ਨ ਕਰਦੇ ਆ, ਇਹ ਸਾਰਾ ਕਹਿੰਦੇ ਪਾਣੀ ਦੇ ਨਾਲ ਭਰਦਾ ਜਾ ਰਿਹਾ ਹੈ। ਬੁੱਢਿਓ ਮਾਣਕ ਹਾਨੇ ਪ੍ਰਾਨ, ਸਤਿਗੁਰ ਸੁਨ ਬਿਰਤੰਤ ਇਹ ਕਾਨ। ਹੁਣ ਜੋ ਉਥੇ ਸੰਗਤਾਂ ਜੋ ਉਸ ਪਾਵਨ ਅਸਥਾਨ ਤੇ ਸੇਵਾ ਕਰ ਰਹੀਆਂ ਸ, ਇਹ ਸਾਰਾ ਬਿਰਤਾਂਤ ਉਹ ਦੇਖ ਰਹੇ ਨੇ। ਜਦੋਂ ਜ਼ੋਰ ਦੇ ਨਾਲ ਉਹ ਕੜ ਨੂੰ ਤੋੜਿਆ ਨਾ, ਪਾਣੀ ਇੱਕਦਮ ਕਹਿੰਦੇ ਦੇਖਦਿਆਂ ਪਾਣੀ ਜਿਹੜਾ ਸੀ, ਅੰਮ੍ਰਿਤ ਰੂਪੀ ਇਹ ਜਲ ਜਿਹੜਾ ਸੀ, ਉਹ ਸਾਰਾ ਭਰ ਗਿਆ ਖੂਹ ਦੇ ਵਿੱਚ। ਹੁਣ ਜਦੋਂ ਖੂਹ ਦੇ ਵਿੱਚ ਜਲ ਭਰਿਆ ਨਾ, ਕਹਿੰਦੇ ਉਸ ਵਕਤ ਬੁੱਢਿਓ ਮਾਣਕ ਹਾਨੇ ਪ੍ਰਾਣ। ਸਾਰੇ ਕਹਿ ਰਹੇ ਕਿ ਮਾਣਕ ਚੰਦ ਡੁੱਬ ਗਿਆ, ਇਹਦੇ ਪ੍ਰਾਣ ਉੱਡ ਗਏ, ਭਾਵ ਕਿ ਇਹ ਖਤਮ ਹੋ ਗਿਆ ਹੈ। ਜੋ ਪਾਣੀ ਇੰਨੀ ਤੇਜ਼ ਹੈ, ਇਹਦੇ ਵਿੱਚੋਂ ਇਨਸਾਨ ਕਿੱਥੇ ਬਚ ਸਕਦਾ ਹੈ। ਪਰ ਜਿਹਨੂੰ ਗੁਰੂ ਦਾ ਥਾਪੜਾ ਹੋਵੇ, ਉਹ ਕਦੇ ਵੀ ਗੁਰੂ ਦੇ ਬਚਨ ਕਮਾ ਜ਼ਰੂਰ ਲਏਗਾ, ਪਰ ਗੁਰੂ ਦੇ ਬਚਨ ਕਦੇ ਖਾਲੀ ਨਹੀਂ ਜਾਂਦੇ। ਭਾਵ ਗੁਰੂ ਨੇ ਥਾਪੜਾ ਦੇ ਕੇ ਥੱਲੇ ਘੱਲਿਆ ਸੀ। ਸਤਿਗੁਰ ਸੁਨ ਬਿਰਤਾਂਤ ਇਹ ਕਾਨ। ਸਾਰੀਆਂ ਸੰਗਤਾਂ ਕਹਿ ਰਹੀਆਂ ਨੇ ਕਿ ਮਾਣਕ ਚੰਦ ਡੁੱਬ ਗਿਆ, ਮਾਣਕ ਚੰਦ ਡੁੱਬ ਗਿਆ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਅਸਥਾਨ ਦੇ ਗੁਰਦੁਆਰਾ, ਭਾਵ ਕਿ ਅੱਜ ਜਿੱਥੇ ਬਾਉਲੀ ਸਾਹਿਬ ਹੈ ਨਾ, ਉਸ ਬਾਉਲੀ ਸਾਹਿਬ ਦੇ ਨਜ਼ਦੀਕ ਬਿਲਕੁਲ ਖੜੇ ਨੇ। ਇਹ ਸਾਰਾ ਬਿਰਤਾਂਤ ਆਪਣੇ ਕੰਨਾਂ ਦੇ ਨਾਲ ਸੁਣਨਾ ਕਰ ਰਹੇ ਨੇ।
ਮਾਣਕ ਹੋਏ ਸੋ ਮਰਤੋ ਨਾਹੀ, ਲੈ ਆਵੋ ਤਿਸ ਕੋ ਹਮ ਪਾਹੀ। ਵੇਖੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੋ ਮਾਣਕ ਹੋਵੇ ਉਹ ਕਦੇ ਡੁੱਬਦਾ ਨਹੀਂ। ਤੁਸੀਂ ਕਹਿ ਰਹੇ ਹੋ ਡੁੱਬ ਗਿਆ, ਪਰ ਕਹਿੰਦੇ ਕਿ ਮਾਣਕ ਚੰਦ ਕਦੇ ਨਹੀਂ ਡੁੱਬੇਗਾ। ਦੇਖਦਿਆਂ ਦੇਖਦਿਆਂ ਕਹਿੰਦੇ ਪਾਣੀ ਜਿਵੇਂ ਜਲ ਉੱਪਰ ਆ ਰਿਹਾ ਹੈ, ਉਸੇ ਤਰ੍ਹਾਂ ਮਾਣਕ ਚੰਦ ਵੀ ਉੱਪਰ ਆ ਗਿਆ। ਹਜ਼ੂਰ ਜੀ ਕਹਿੰਦੇ ਲੈ ਆਵੋ ਤਿਸ ਕੋ ਹਮ ਪਾਹੀ। ਸਾਰੇ ਉਸ ਬੌਲੀ ਸਾਹਿਬ ਵੱਲ ਹੋਏ, ਮਾਣਕ ਚੰਦ ਕੰਢੇ ਤੇ ਆਇਆ। ਸੰਗਤ ਨੇ ਫੜ ਕੇ ਬਾਹਾਂ ਤੋਂ ਫੜ ਕੇ ਉਤਾਂਹ ਨੂੰ ਉਛਾਲਿਆ ਤੇ ਬੌਲੀ ਸਾਹਿਬ ਤੋਂ ਬਾਹਰ ਕੱਢਿਆ। ਹਜ਼ੂਰ ਜੀ ਕਹਿੰਦੇ ਇਹਨੂੰ ਸਾਡੇ ਪਾਸ ਲੈ ਕੇ ਆਉਣਾ ਕਰੋ, ਭਾਵ ਸਾਡੇ ਕੋਲ ਲਿਆਉਣਾ ਕਰੋ। ਸੁਣ ਮਾਣਕ ਚੰਦ ਕੋ ਲਿਆਏ ਨਿਕਾਸ, ਧਰਿਓ ਆਨ ਕਰ ਸਤਿਗੁਰ ਪਾਸ। ਇਹ ਸੁਣ ਕੇ ਸਾਰੇ ਲੋਕ ਕਹਿੰਦੇ ਨੇ ਕਿ ਹੁਣ ਮਾਣਕ ਚੰਦ ਨੂੰ ਬਾਹਰ ਕੱਢ ਲਿਆ। ਬਾਹਰ ਕੱਢ ਕੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਪੈ ਸੰਗਤਾਂ ਨੂੰ ਕਰਦੇ ਨੇ, ਹਜ਼ੂਰ ਜੀ ਦੇ ਪਾਸ ਲਿਆ ਕੇ ਉਹਨੂੰ ਬਿਠਾਉਣਾ ਕੀਤਾ ਹੈ। ਦਾਹਨ ਚਰਨ ਸੀਸ ਕੋ ਛੋਇਓ, ਉਠ ਬੈਠਿਓ ਜਨ ਸੁਪਤ ਜਗਾਇਓ। ਕਹਿੰਦੇ ਉਸ ਵਕਤ ਮਾਣਕ ਚੰਦ ਨੇ ਆ ਕੇ ਜਦੋਂ ਭਾਵ ਕਿ ਇਹ ਨਹੀਂ ਕਿ ਇਹ ਆਮ ਕਰਕੇ ਇਹ ਘਟਨਾ ਬੜੀ ਅਸਚਰਜ ਜੀ ਇੱਕ ਜੋੜੀ ਗਈ ਹੈ, ਇਹ ਸਾਖੀ ਬੜੀ ਅਸਚਰਜ ਜੀ ਜੋੜੀ ਗਈ ਹੈ ਕਿ ਮਾਣਕ ਚੰਦ ਡੁੱਬ ਗਿਆ ਤੇ ਉਹਦੀ ਮੌਤ ਹੋ ਗਈ ਸੀ। ਤੇ ਮੌਤ ਹੋਣ ਤੋਂ ਬਾਅਦ ਜਦੋਂ ਸਰੀਰ ਜਿਹੜਾ ਸੀ ਉਹ ਉੱਪਰ ਆ ਗਿਆ ਸੀ ਤੇ ਫਿਰ ਉਹਨੂੰ ਖੂਹ ਦੇ ਵਿੱਚੋਂ ਕੱਢ ਕੇ ਹਜ਼ੂਰ ਜੀ ਦੇ ਪਾਸ ਲੈ ਕੇ ਗਏ ਤੇ ਸਤਿਗੁਰੂ ਜੀ ਨੇ ਆਪਣੇ ਪੈਰ ਦਾ ਅੰਗੂਠਾ ਉਹਦੇ ਮਸਤਕ ਨੂੰ ਲਾਇਆ ਤੇ ਉਹ ਜਿੰਦਾ ਹੋ ਗਿਆ। ਕਾਦਰ ਦੇ ਕੁਦਰਤ ਦੇ ਵਿੱਚ ਕਦੇ ਵੀ ਦਖਲਅੰਦਾਜ਼ੀ ਨਹੀਂ ਦੇ ਸਕਦੇ। ਭਾਵ ਗੁਰੂ ਸਾਹਿਬ ਜਾਨ ਇੱਕ ਪਾਸੇ ਕਹਿ ਰਹੇ ਨੇ ਕਿ ਹੁਕਮ ਦੇ ਵਿੱਚ ਚੱਲਣਾ ਹੈ ਤੇ ਇਸ ਜੇ ਸਾਖੀ ਨੂੰ ਵਾਚਿਆ ਜਾਵੇ ਜੋ ਇਹ ਪ੍ਰਚਾਰੀ ਗਈ ਹੈ, ਫਿਰ ਇਹ ਤੇ ਹੁਕਮ ਤੋਂ ਬਾਹਰੀ ਹੋ ਗਈ ਨਾ। ਇੱਕ ਪਾਸੇ ਅਸੀਂ ਕਹਿੰਦੇ ਆ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਹੁਕਮ ਦੇ ਵਿੱਚ ਚੱਲੋ। ਜੇ ਹੁਕਮ ਹੈ ਤੇ ਇਨਸਾਨ ਦੀ ਮੌਤ ਫੇਰ ਹੀ ਹੋਈ ਹੈ, ਤੇ ਗੁਰੂ ਸਾਹਿਬ ਜੀ ਹੁਕਮ ਤੋਂ ਬਾਹਰ ਕਿਵੇਂ ਚੱਲ ਸਕਦੇ ਨੇ? ਉਦਾਹਰਨਾਂ ਸਾਡੇ ਸਾਹਮਣੇ ਹੈ। ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਸੁਪੁੱਤਰ ਨੇ, ਉਹਨਾਂ ਨੇ ਵੀ ਇਹੀ ਕਾਰਜ ਕੀਤਾ। ਹਜ਼ੂਰ ਜੀ ਨੇ ਕਿਹਾ ਭਾਈ ਹੁਕਮ ਦੇ ਵਿੱਚ ਰਹਿਣਾ ਹੈ, ਹੁਕਮ ਤੋਂ ਬਾਹਰ ਹੀ ਨਹੀਂ ਹੋਣਾ। ਇਸ ਕਰਕੇ ਕਹਿੰਦੇ ਹੁਣ ਮਾਣਕ ਚੰਦ ਨੂੰ ਸਤਿਗੁਰੂ ਜੀ ਦੇ ਪਾਸ ਲੈ ਕੇ ਆਏ। ਸਰੀਰ ਅਜੇ ਸਰੀਰ ਦੇ ਵਿੱਚ ਸਾਹ ਹਨ, ਸਾਹ ਲੈ ਰਿਹਾ ਹੈ। ਜਦੋਂ ਬਿਠਾਇਆ ਉਸ ਸਮੇਂ ਕਹਿੰਦੇ ਨੇ ਸੁਣ ਮਾਣਕ ਕੋ ਲਿਆਇਓ ਨਿਕਾਸ, ਧਰਿਓ ਆਨ ਕਰ ਸਤਿਗੁਰ ਪਾਸ। ਹਜ਼ੂਰ ਜੀ ਦੇ ਪਾਸ ਆਣ ਕੇ ਰੱਖ ਦਿੱਤਾ ਨੇ। ਉਸ ਵਕਤ ਕਹਿੰਦੇ ਮਾਣਕ ਚੰਦ ਨੇ ਆਪ ਮਹਾਰਾਜ ਜੀਆਂ ਨੂੰ ਸੀਸ ਨਵਾ ਕੇ ਸਤਿਗੁਰੂ ਜੀ ਕੋ ਫੇਰ ਆਸ਼ੀਰਵਾਦ ਲੈਣਾ ਕੀਤਾ ਸੀ, ਨਮਸਕਾਰ ਕੀਤੀ ਸੀ। ਮਹਾਰਾਜ ਜੀਆਂ ਕੋ ਇੱਕ ਥਾਪੜਾ ਇਹਨੇ ਫੇਰ ਲਿਆ ਸੀ। ਸਿਰ ਪਰ ਸਤਿਗੁਰ ਕੇ ਕਰ ਫੇਰਾ, ਭਇਓ ਪ੍ਰਕਾਸ਼ ਵਿਨਾਸ਼ ਅੰਧੇਰਾ। ਹੁਣ ਉਸ ਮਾਣਕ ਚੰਦ ਦੇ ਸਿਰ ਉੱਤੇ ਮਹਾਰਾਜ ਜੀਆਂ ਨੇ ਇੱਕ ਵਾਰ ਫੇਰ ਹੱਥ ਰੱਖਿਆ। ਵੇਖੋ ਕਿੱਡੇ ਨਸੀਬ ਵਾਲੀ ਗੱਲ ਹੈ, ਕਿੱਡੇ ਭਾਗ ਭਰੇ ਨੇ, ਭਾਵ ਕਿ ਕਿੱਡੇ ਵੱਡੇ ਭਾਗ ਨੇ ਇਸ ਗੁਰਸਿੱਖ ਦੇ ਜੋ ਹਜ਼ੂਰ ਜੀ ਦੇ ਪਾਸ ਇੱਕ ਦਿਨ ਦੇ ਵਿੱਚ 2 ਵਾਰ ਮਹਾਰਾਜ ਜੀਆਂ ਦੀ ਸੀਸ ਨੂੰ ਪ੍ਰਾਪਤ ਕਰਦਾ ਹੈ, ਆਸੀਸ ਨੂੰ ਪ੍ਰਾਪਤ ਕਰਦਾ ਹੈ। ਇੱਕ ਵਾਰ ਬੌਲੀ ਸਾਹਿਬ ਦੇ ਥੱਲੇ ਉਤਰਨ ਲੱਗਿਆ, ਉਹ ਤੋਂ ਬਾਅਦ ਫਿਰ ਜਦੋਂ ਇਹ ਕਾਰਜ ਕੀਤਾ ਹੈ, ਫਿਰ ਮਹਾਰਾਜ ਜੀਆਂ ਨੇ ਇਹਦੇ ਸੀਸ ਦੇ ਉੱਤੇ, ਸਿਰ ਦੇ ਉੱਤੇ ਹੱਥ ਰੱਖਿਆ ਹੈ। ਸਭ ਰਿੱਧ ਸਿੱਧ ਬਖਸ਼ਣ ਕੋ ਕਰਿਆ, ਨਾਮ ਜੀਵੜਾ ਸਿਰ ਕੋ ਧਰਿਆ। ਉਸ ਵਕਤ ਕਹਿੰਦੇ ਜਦੋਂ ਮਹਾਰਾਜ ਜੀਆਂ ਨੇ ਇਹਦੇ ਸਿਰ ਤੇ ਹੱਥ ਰੱਖਿਆ, ਭਇਓ ਪ੍ਰਕਾਸ਼ ਵਿਨਾਸ਼ ਅੰਧੇਰਾ, ਅਗਿਆਨਤਾ ਦਾ ਹਨੇਰਾ। ਭਾਵ ਕਿ ਗੁਰੂ ਸਾਹਿਬ ਜੀ ਨੇ ਅੰਦਰ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕੀਤਾ ਹੈ। ਹੁਣ ਕਵੀ ਜੀ ਕਹਿ ਰਹੇ ਨੇ ਸਭ ਰਿੱਧ ਸਿੱਧ ਬਖਸ਼ਣ ਕੋ ਕਰਿਓ। ਗੁਰੂ ਸਾਹਿਬ ਜੀ ਆਪਣੇ ਸੇਵਕ ਨੂੰ ਸਭ ਕੁਝ ਦੇ ਸਕਦੇ ਨੇ। ਜੇ ਕੋਈ ਜੋਗੀ, ਜੇ ਕੋਈ ਸਿੱਧ ਇਹ ਆਖਦਾ ਨਾ ਕਿ ਮੈਂ ਇੰਨਾ ਲੰਮਾ ਸਮਾਂ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕੀਤਾ ਹੈ, ਤਪ ਕੀਤਾ ਹੈ,
ਤੇ ਫਿਰ ਮੈਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਈਆਂ ਨੇ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਸਾਹਿਬਾਨ ਤੇ 1 ਮਿੰਟ ਦੇ ਵਿੱਚ ਹੀ ਆਪਣੇ ਸਿੱਖ ਤੇ ਰਹਿਮਤਾਂ ਕਰ ਦਿੰਦਾ ਹੈ। ਇਹ ਸਾਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਮੇਂ ਤੇ ਵੀ ਆਉਂਦੀ ਹੈ। ਕਹਿੰਦੇ ਇੱਕ ਸਾਧੂ ਸੀ, ਉਹ ਆਪਣੇ ਆਪ ਨੂੰ ਬੜਾ ਤਕੜਾ ਤਪਸਵੀ ਦੱਸਦਾ ਸੀ। ਮਹਾਰਾਜ ਜੀਆਂ ਨੇ ਇੱਕ ਦਿਨ ਬੇੜੇ ਤੇ ਜਾ ਰਹੇ, ਜੇ ਸਮੇਂ ਬੇੜੇ ਤੇ ਜਾ ਰਹੇ ਤੇ ਉਹ ਕੀ ਦੇਖਦੇ, ਸਿੱਖ ਨਾਲ ਨੇ, ਇੱਕ ਫਕੀਰ ਇੱਕ ਸਾਧੂ ਕਹਿੰਦੇ ਪਾਣੀ ਤੇ ਤੁਰ ਰਿਹਾ ਹੈ। ਜਦੋਂ ਪਾਣੀ ਤੇ ਤੁਰਦਾ ਜਾ ਰਿਹਾ, ਸਤਿਗੁਰੂ ਜੀ ਦੇ ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਇਹ ਕੀ ਕੌਤਕ ਹੈ? ਹਜ਼ੂਰ ਜੀ ਨੇ ਆਖਿਆ ਕਿ ਇਹਦੇ ਵੱਲ ਵੇਖੋ ਨਾ। ਦੂਜੇ ਦਿਨ ਫੇਰ ਗਏ, ਫਿਰ ਉਹ ਸਾਧੂ ਫਕੀਰ ਜਿਹੜਾ ਸੀ, ਜੋਗੀ ਜਿਹੜਾ ਸੀ, ਉਹ ਫੇਰ ਪਾਣੀ ਤੋਂ ਲੰਘਿਆ। ਸਿੱਖਾਂ ਨੇ ਵੇਖਿਆ ਨਾ। ਹੁਣ ਜਦੋਂ ਤੀਜੇ ਦਿਨ ਮਹਾਰਾਜ ਜੀ ਤੇ ਸਿੱਖ ਕਹਿੰਦੇ ਲੰਘ ਗਏ ਨਾ, ਬੇੜੇ ਤੋਂ ਪਾਰ ਹੋ ਗਏ, ਉਸ ਪਾਸੇ ਚਲੇ ਗਏ। ਇਹ ਫਕੀਰ ਸਾਧੂ ਜਿਹੜਾ ਸੀ ਕਹਿੰਦੇ ਕਿ ਸਤਿਗੁਰੂ ਜੀ ਦੇ ਪਾਸ ਗਿਆ, ਕਹਿਣ ਲੱਗਾ ਜੀ ਤੁਸੀਂ 2-3 ਦਿਨ ਹੋ ਗਏ ਇਸ ਥਾਂ ਤੋਂ ਅਗਲੇ ਇਹਨੂੰ ਪਾਰ ਕਰਕੇ, ਪਾਣੀ ਨੂੰ ਪਾਰ ਕਰਕੇ ਅੱਗੇ ਜਾਂਦੇ ਹੋ, ਤੁਹਾਨੂੰ ਮੈਂ ਦਿਸਦਾ ਨਹੀਂ, ਕਿਉਂਕਿ ਦੇਖੋ ਮੇਰੇ ਵਿੱਚ ਕਰਾਮਾਤ ਵੇਖੋ, ਮੈਂ ਪਾਣੀ ਤੇ ਤਰਦਾ ਏ, ਤੁਸੀਂ ਬੇੜੇ ਤੇ ਬਹਿ ਕੇ ਜਾ ਰਹੇ ਹੋ। ਸਤਿਗੁਰੂ ਜੀ ਨੇ ਸਹਿ ਸੁਭਾਅ ਪੁੱਛ ਲਿਆ, ਕਹਿਣ ਲੱਗੇ ਕਿੰਨਾ ਸਮਾਂ ਹੋ ਗਿਆ ਏ, ਇਹ ਤੁਸੀਂ ਕਦੋਂ ਦੇ ਕਰ ਰਹੇ ਹੋ? ਉਹ ਕਹਿੰਦਾ ਜੀ 20 ਸਾਲ ਮੈਨੂੰ ਇਸ ਸਰੀਰ ਨੂੰ ਤਪ ਕਰਦਿਆਂ ਹੋ ਗਏ, 20 ਸਾਲ ਇਸ ਪਾਣੀ ਤੇ ਟ੍ਰੇਨਿੰਗ ਲੈ ਕੇ ਫਿਰ ਮੈਂ ਚੱਲਦਾ ਹਾਂ। 20 ਸਾਲ ਹੋ ਗਏ ਮੈਨੂੰ ਇਸ ਪਾਣੀ ਦੇ ਉੱਤੇ ਟ੍ਰੇਨਿੰਗ ਕਰਦਿਆਂ, ਭਾਵ 20 ਸਾਲਾਂ ਤੋਂ ਮੈਂ ਆਪਣੇ ਸਰੀਰ ਨੂੰ ਇੰਨਾ ਹਲਕਾ ਕਰ ਲਿਆ, ਇੰਨਾ ਫੁੱਲ ਵਰਗਾ ਕਰ ਲਿਆ ਕਿ 20 ਸਾਲਾਂ ਤੋਂ ਬਾਅਦ ਅੱਜ ਆ ਮੈਨੂੰ ਪ੍ਰਾਪਤ ਹੋਇਆ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ 20 ਸਾਲ ਤੁਸੀਂ ਅਜਾਈ ਹੀ ਗਵਾ ਦਿੱਤੇ। 20 ਸਾਲ ਤੁਸੀਂ ਇਸ 20 ਸਾਲਾਂ ਦੇ ਵਿੱਚ ਜੇਕਰ ਕੋਈ ਕੰਮ ਕੀਤਾ ਹੁੰਦਾ, ਕੋਈ ਕਾਰਜ ਕੀਤਾ ਹੁੰਦਾ, ਤੁਹਾਨੂੰ ਤੁਹਾਡੇ ਪਰਿਵਾਰ ਨੇ ਵੀ ਮੰਨਣਾ ਸੀ। ਜਾਂ ਤੁਸੀਂ 20 ਸਾਲ ਭਗਤੀ ਕੀਤੀ ਹੁੰਦੀ, ਇਹ ਕਰਾਮਾਤਾਂ ਨੂੰ ਛੱਡ ਕੇ ਤੇ ਪ੍ਰਮਾਤਮਾ ਦੇ ਦਰ ਤੇ ਤੁਸੀਂ ਕਬੂਲੇ ਜਾਣਾ ਸੀ। ਇੱਕ ਟਕੇ ਦੇ ਨਾਲ ਸਮੁੰਦਰ ਪਾਰ ਹੋ ਸਕਦਾ ਏ। 20 ਸਾਲ ਤੁਸੀਂ ਅਜਾਈ ਇੱਕ ਕਰ ਦਿੱਤੇ ਨੇ। 20 ਸਾਲ ਤੁਸੀਂ ਇਸ ਸਮੁੰਦਰ ਦੇ ਵਿੱਚ, ਪਾਣੀ ਦੇ ਵਿੱਚ ਇਸੇ ਤਰ੍ਹਾਂ ਹੱਠ ਕਰਦੇ ਰਹੇ, ਤਪ ਕਰਦੇ ਰਹੇ। ਇਸ ਕਰਕੇ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਜੀ ਦੀ ਤੇ ਬਖਸ਼ਿਸ਼ ਕਰ ਦਿੰਦੇ ਨੇ, ਰਹਿਮਤ ਕਰ ਦਿੰਦੇ ਨੇ। ਜੋਗੀ ਸਿੱਧ ਲੋਕ ਤੇ 20-20 ਸਾਲ, 40-40 ਸਾਲ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦੇ ਸਨ। ਗੁਰੂ ਸਾਹਿਬ ਜੀ ਤੇ 1 ਮਿੰਟ ਤੋਂ ਵੀ ਪਹਿਲਾਂ ਆਪਣੇ ਸਿੱਖ ਨੂੰ ਬਖਸ਼ਿਸ਼ਾਂ ਦੇ ਨਾਲ ਭਰ ਦਿਆ ਕਰਦੇ ਸਨ। ਇਸ ਕਰਕੇ ਕਹਿੰਦੇ ਨੇ ਨਾਮ ਜੀਵੜਾ ਤਿਸ ਕੋ ਧਰਿਓ। ਜੀਵੜਾ ਕਹਿੰਦੇ ਨੇ ਭਾਵ ਕਿ ਜਿਹੜਾ ਜਿਉਂ ਪਵੇ। ਜਿਉਣਾ ਵੀ 2 ਤਰ੍ਹਾਂ ਦਾ ਹੁੰਦਾ ਹੈ। ਇੱਕ ਉਹ ਜਿਉਣਾ ਹੁੰਦਾ ਹੈ ਕਿ ਜਿਵੇਂ ਅਸੀਂ ਸੰਸਾਰ ਤੇ ਜੀ ਰਹੇ ਹਾਂ। ਇੱਕ ਉਹ ਜਿਉਣਾ ਹੁੰਦਾ ਹੈ ਕਿ ਆਪਣੇ ਅੰਦਰੋਂ ਆਪਣੀ ਈਗੋ ਨੂੰ, ਹਉਮੈ ਨੂੰ, ਹੰਕਾਰ ਨੂੰ ਮਾਰ ਕੇ ਗੁਰੂ ਦੇ ਆਸ਼ੇ ਦੇ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰਨਾ। ਕਹਿੰਦੇ ਨੇ ਕਿ ਹੁਣ ਇਹਨੇ ਅੰਦਰ ਦੇ ਹੰਕਾਰ ਨੂੰ ਮਾਰਿਆ ਏ। ਨਾਮ ਜੀਵੜਾ ਤਿਸ ਕੋ ਧਰਿਓ। ਜੀਵੜਾ ਨਾਮ ਰੱਖ ਦਿੱਤਾ। ਮਾਈ ਦਾਸ ਹਰਕਾਇਓ ਪਾਸ, ਸਤਿਗੁਰ ਕੀਨ ਸਬਾਕ ਪ੍ਰਕਾਸ਼। ਕਹਿੰਦੇ ਨੇ ਕਿ ਉਸ ਵਕਤ ਫਿਰ ਮਾਈ ਦਾਸ ਨੂੰ ਆਪਣੇ ਕੋਲ ਬੁਲਾਇਆ। ਇਹ ਮਾਈ ਦਾਸ ਜਿਹੜਾ ਫਕੀਰ ਸੀ, ਵੈਸ਼ਨੂ ਸੀ, ਪੰਡਤ ਸੀ, ਇਹਨੂੰ ਆਪਣੇ ਕੋਲ ਬੁਲਾਇਆ। ਸਤਿਗੁਰ ਕੀਨ ਸਬਾਕ ਪ੍ਰਕਾਸ਼, ਭਾਵ ਉਹਦੇ ਨਾਲ ਬਚਨ ਕਰਨ ਦੇ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨੂੰ ਆਪਣੇ ਪਾਸ ਬੁਲਾਉਣਾ ਕੀਤਾ। ਆਓ ਸਮੇਂ ਦੀ ਸਮਾਪਤੀ ਹੈ, ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਮਾਈ ਦਾਸ ਨੂੰ ਆਪਣੇ ਪਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੁਲਾ ਕੇ ਕੀ ਉਪਦੇਸ਼, ਕੀ ਸਿੱਖਿਆ, ਕੀ ਬਚਨ ਪਏ ਕਰਦੇ ਨੇ, ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ। ਸਭਨਾਂ ਦੇ ਸਿਰ ਉੱਤੇ ਮਾਲਕ ਜੀ ਮਿਹਰ ਭਰਿਆ ਹੱਥ ਰੱਖਣ ਵਿਚਾਰ ਕਰਦੇ ਆ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
सा नाराज है कैसे।